ਧੰਨ ਵਾਹਿਗੁਰੂ ਜੀ। ਤੇਰੀ ਪਨਾਹ ਖੁਦਾਏ, ਤੂੰ ਬਖਸ਼ੰਦਗੀ ਸ਼ੇਖ ਫਰੀਦੈ ਖੈਰ ਦੀਜੈ ਬੰਦਗੀ। ਦੀਨ ਦਰਦ ਦੁਖ ਭੰਜਨਾ ਕਾਠ ਕਾਠ ਨਾਥ ਅਨਾਥ। ਸ਼ਰਨ ਤੁਮਾਰੀ ਆਇਓ, ਨਾਨਕ ਕੇ ਪ੍ਰਭ ਸਾਥ। ਸ਼ਰਨ ਤੁਮਾਰੀ ਆਇਓ, ਨਾਨਕ ਕੇ ਪ੍ਰਭ ਸਾਥ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਵਰ ਤਖਤ ਸਿੰਘਾਸਨ ਦੇ ਮਾਲਕ ਸ਼ਬਦ ਸਰੂਪ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤਿਗੁਰੂ ਜੀ ਦੇ ਸੱਜੇ ਹੋਏ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਸਵਾਰੀ ਸਾਧ ਸੰਗਤ ਜੀਓ, ਅਕਾਲ ਪੁਰਖ ਵਾਹਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ ਸਤਿਗੁਰੂ ਦੀ ਪਾਵਨ ਬਾਣੀ ਦੇ ਪਾਠ ਅਤੇ ਕੀਰਤਨ ਦਾ ਲਾਹਾ ਆਪ ਜੀ ਸੰਗਤ ਰੂਪ ਵਿੱਚ ਗੁਰੂ ਦਰਬਾਰ ਵਿੱਚ ਸੱਜ ਕੇ ਗੁਰੂ ਸਵਾਰਿਆਂ ਪਾਸੋਂ ਪ੍ਰਾਪਤ ਕਰ ਰਹੇ ਸੀ। ਸਤਿਗੁਰੂ ਦੀ ਮਿਹਰ ਦਾ ਸਦਕਾ ਆਪਾਂ ਯਤਨ ਕੀਤਾ ਹੈ ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਮੁਬਾਰਕ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਦੇ ਵਿੱਚੋਂ ਸਤਿਗੁਰੂ ਦੇ ਪਾਵਨ ਉਪਦੇਸ਼ ਨੂੰ ਆਪਾਂ ਵਿਚਾਰਨ ਸਮਝਣ ਦਾ ਇਹ ਯਤਨ, ਇਹ ਉਪਰਾਲਾ ਕੀਤਾ ਹੈ। ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪਾਵਨ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੁੱਲ 59 ਸ਼ਬਦ ਅਤੇ 57 ਸ਼ਲੋਕਾਂ ਦੇ ਰੂਪ ਵਿੱਚ ਦਰਜ ਹੈ, ਵੱਖ-ਵੱਖ ਰਾਗਾਂ ਦੇ ਵਿੱਚ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਵਿੱਚ ਇੱਕ ਇਕਹਿਰਾ ਇਕੱਲਾ ਰਾਗ ਜੈਜਾਵੰਤੀ ਹੈ, ਜੋ ਕੇਵਲ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦੇ ਮੁਤਲਕ ਹੀ ਹੈ। ਇਸੇ ਸਿਰਲੇਖ ਹੇਠ ਕੇਵਲ ਨੌਵੇਂ ਪਾਤਸ਼ਾਹ ਦੀ ਬਾਣੀ ਹੀ ਹੈ, ਜਾਂ ਇਉਂ ਕਹਿ ਲਓ ਕਿ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਹੀ ਇਸ ਰਾਗ ਦੀ ਕੇਵਲ ਵਰਤੋਂ ਕੀਤੀ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਦੀ ਸੰਪਾਦਨਾ 2 ਵਾਰ ਹੋਈ ਹੈ। ਪਹਿਲੀ ਵਾਰ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਜੀ ਨੇ ਸੰਪਾਦਿਤ ਕੀਤਾ ਸਮੁੱਚੀ ਬਾਣੀ ਨੂੰ, ਸਮਗਰ ਬਾਣੀ ਨੂੰ ਤਰਤੀਬ ਵਿੱਚ ਲਿਖ ਕੇ 1604 ਈਸਵੀ ਵਿੱਚ, ਜਿਸ ਵੇਲੇ ਮਹਾਰਾਜ ਨੇ ਪੋਥੀ ਸਾਹਿਬ ਦੇ ਰੂਪ ਵਿੱਚ ਅੰਮ੍ਰਿਤਸਰ ਦੀ ਧਰਤੀ ਉੱਤੇ ਦਰਬਾਰ ਸਾਹਿਬ ਦੇ ਅੰਦਰ ਬਾਣੀ ਦਾ ਪ੍ਰਕਾਸ਼ ਕਰਵਾਇਆ। ਦੂਜੀ ਵਾਰ ਬਾਣੀ ਦੀ ਸੰਪਾਦਨਾ ਦਮਦਮਾ ਸਾਹਿਬ ਜੀ ਦੇ ਅਸਥਾਨ ਉੱਤੇ 10ਵੇਂ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਕੀਤੀ ਹੈ। ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਦੀ ਪਾਵਨ ਬਾਣੀ ਨੂੰ ਤਰਤੀਬ ਮੁਤਾਬਕ ਰਾਗਾਂ ਦੇ ਸਿਰਲੇਖ ਹੇਠ ਬਣਦੇ ਰਾਗਾਂ ਵਿੱਚ 10ਵੇਂ ਪਾਤਸ਼ਾਹ ਜੀ ਨੇ ਦਰਜ ਕੀਤਾ। ਇਵੇਂ ਇਤਿਹਾਸਕ ਤੌਰ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਦੇ 2 ਸੰਪਾਦਕ ਪੰਚਮ ਪਾਤਸ਼ਾਹ ਮਹਾਰਾਜ ਅਤੇ 10ਵੇਂ ਪਾਤਸ਼ਾਹ ਮਹਾਰਾਜ ਹੋਏ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪਾਵਨ ਸ਼ਲੋਕਾਂ ਨੂੰ ਆਪਾਂ ਲੜੀਵਾਰ ਵਿਚਾਰਨ ਦਾ ਯਤਨ ਕਰਦੇ ਆ ਰਹੇ ਹਾਂ। ਹੁਣ ਤੱਕ ਆਪਾਂ ਸਤਿਗੁਰੂ ਦੇ 57 ਵਿੱਚੋਂ ਕੁੱਲ 52 ਸ਼ਲੋਕ ਵਿਚਾਰੇ ਹਨ।
ਕੱਲ ਦੇ ਦੀਵਾਨ ਵਿੱਚ ਜਿਨ੍ਹਾਂ 4 ਸ਼ਲੋਕਾਂ ਦੀ ਆਪਾਂ ਵਿਚਾਰ ਸਾਂਝੀ ਕੀਤੀ ਹੈ, ਜਿਸ ਵਿੱਚ ਮਹਾਰਾਜ ਨੇ ਜਗਤ ਰਚਨਾ ਨੂੰ ਨਾਸ਼ਵੰਤ, ਬਿਨਸ ਜਾਣ ਵਾਲੀ, ਸੁਪਨੇ ਦੀ ਨਿਆਈ, ਰੇਤ ਦੀ ਕੰਧ ਵਰਗੀ ਦੱਸਿਆ ਹੈ। ਤੇ ਨਾਲ ਇਹ ਵੀ ਫਰਮਾਇਆ ਹੈ ਸਤਿਗੁਰੂ ਨੇ, ਇਸ ਜਗਤ ਵਿੱਚ ਭਾਵੇਂ ਕਿਸੇ ਨੂੰ, ਕਿਸੇ ਧਾਰਮਿਕ ਰਹਿਨੁਮਾ ਨੂੰ, ਧਾਰਮਿਕ ਸ਼ਖਸੀਅਤ ਨੂੰ ਰੱਬ ਕਰਕੇ ਪੂਜਿਆ ਜਾਂਦਾ ਹੈ, ਤੇ ਭਾਵੇਂ ਕਿਸੇ ਰਾਵਣ ਵਰਗੇ ਨੂੰ ਸ਼ੈਤਾਨ ਕਰਕੇ, ਦੈਂਤ ਕਰਕੇ, ਰਾਖਸ਼ ਕਰਕੇ ਨਿੰਦਿਆ ਜਾਂਦਾ ਹੈ। ਦੋਨਾਂ ਹਾਲਤਾਂ ਵਿੱਚ ਹੀ ਦੋਵੇਂ ਤਰ੍ਹਾਂ ਦੇ ਮਨੁੱਖ, ਭਾਵ ਕੋਈ ਵੀ ਹੋਵੇ, ਇਸ ਦਾ ਭਾਵ ਹੈ ਵੀ ਕੋਈ ਵੀ ਹੋਵੇ ਸੰਸਾਰ ਵਿੱਚ, ਰੱਬ ਦੇ ਹੁਕਮ ਦੇ ਸਾਹਵੇਂ, ਕੁਦਰਤ ਦੇ ਨੇਮ ਦੇ ਸਾਹਵੇਂ ਕਿਸੇ ਦੀ ਕੋਈ ਪੇਸ਼ ਨਹੀਂ ਚੱਲਦੀ। ਦੋਵਾਂ ਨੂੰ ਪਰਮੇਸ਼ਰ ਦੇ ਹੁਕਮ ਮੁਤਾਬਕ ਹੀ ਚੱਲਣਾ ਪੈਂਦਾ ਹੈ। ਤੋ ਜੋ ਵੀ ਇਸ ਸੰਸਾਰ ਵਿੱਚ ਜਨਮਿਆ ਹੈ, ਰਾਮ ਗਇਓ ਰਾਵਣ ਗਇਓ ਜਾ ਕੋ ਬਹੁ ਪਰਿਵਾਰ। ਤੇ ਸਤਿਗੁਰੂ ਨੇ ਇਹ ਵੀ ਦਰਸਾਇਆ ਵੀ ਚਿੰਤਾ ਤਾਂ ਕੀ ਕੀਜੀਐ ਜੋ ਅਨਹੋਨੀ ਹੋਏ। ਅਨਹੋਨੀ ਦਾ ਮਤਲਬ ਹੈ ਜੋ ਪੋਸੀਬਲ ਨਹੀਂ। ਕੁਝ ਐਸਾ ਹੈ ਜੋ ਪੋਸੀਬਲ ਨਹੀਂ ਹੈ, ਕੁਝ ਐਸਾ ਹੈ ਜੋ ਵਾਪਰ ਨਹੀਂ ਸਕਦਾ, ਤੇ ਵਾਪਰ ਗਿਆ ਹੋਵੇ ਉਹਦੀ ਤਾਂ ਚਿੰਤਾ ਕੀਤੀ ਜਾਏ ਵੀ ਇਹ ਕਿਵੇਂ ਹੋ ਸਕਦਾ ਸੀ। ਪਰ ਮਹਾਰਾਜ ਕਹਿੰਦੇ ਨੇ ਸੰਸਾਰ ਦਾ ਪਸਾਰਾ ਮਿਥਿਆ, ਨਾਸ਼ਵੰਤ ਹੈ, ਇਸ ਕਰਕੇ ਇਹ ਕੋਈ ਅਨਹੋਣੀ ਨਹੀਂ ਹੋ ਸਕਣ ਵਾਲੀ, ਭਾਵ ਪੋਸੀਬਲ ਸੰਭਵ ਗੱਲ ਹੈ। ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ ਤੋਂ ਅੱਗੇ ਦੋਹਰੇ ਦੇ ਰੂਪ ਵਿੱਚ 5 ਸ਼ਲੋਕ ਮਹਾਰਾਜ ਜੀ ਦੇ ਦਰਜ ਨੇ। ਦੋਹਰਾ ਇੱਕ ਛੰਦ ਦੀ ਕਿਸਮ ਹੈ, ਕਾਵ ਦੀਆਂ ਇਸ ਵਿੱਚ ਆਪਣੀਆਂ ਮਾਤਰਾਵਾਂ ਹੁੰਦੀਆਂ ਨੇ, ਇਸ ਲਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਵਿੱਚ ਇਹ ਦੋਹਰਾ 9ਵੇਂ ਗੁਰੂਦੇਵ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਅਖੀਰਲੇ 5 ਸ਼ਲੋਕ ਜਿਹੜੇ ਨੇ ਇਸ ਦੋਹਰੇ ਸਿਰਲੇਖ ਹੇਠ ਨੇ। ਤੋ ਸਤਿਗੁਰੂ ਕੀ ਬਖਸ਼ਿਸ਼ ਕਰਦੇ ਨੇ ਮਹਾਰਾਜ ਦਾ, ਆਪਾਂ 53 ਨੰਬਰ ਸ਼ਲੋਕ ਜੋ ਇਸ ਦੋਹਰੇ ਦੇ ਸਿਰਲੇਖ ਹੇਠ ਪਹਿਲਾ ਸ਼ਲੋਕ ਹੈ, ਉਸ ਨੂੰ ਪੜ੍ਹਨ ਦਾ ਯਤਨ ਕਰਦੇ ਹਾਂ। ਸਤਿਗੁਰੂ ਫਰਮਾਉਂਦੇ ਨੇ, ਦੋਹਰਾ ਬਲ ਛੁਟਕਿਓ ਬੰਧਨ ਪਰੇ, ਕਛੂ ਨਾ ਹੋਤਿ ਉਪਾਏ। ਕਹੋ ਨਾਨਕ ਅਬੋਟ ਹਰ, ਗਜ ਜਿਉ ਹੋ ਸਹਾਏ। ਬਲ ਤੋਂ ਭਾਵ ਹੈ ਤਾਕਤ, ਤਾਣ, ਸਮਰੱਥਾ, ਪਾਵਰ, ਸੱਤਾ। ਸਤਿਗੁਰੂ ਮਹਾਰਾਜ ਕਹਿੰਦੇ ਬਲ ਛੁਟਕਿਓ ਬੰਧਨ ਪਰੇ। ਬੰਧਨ ਦਾ ਮਤਲਬ ਹੁੰਦਾ ਹੈ ਜੰਜਾਲ। ਉਹ ਜੰਜਾਲ ਜਿਹੜੀਆਂ ਮੁਸ਼ਕਲਾਂ ਨੂੰ ਖੜੀਆਂ ਕਰਦਾ ਹੈ, ਟਰਬਲ ਦਿੰਦਾ ਹੈ, ਪਰੇਸ਼ਾਨੀਆਂ ਪੈਦਾ ਕਰਦਾ ਹੈ। ਸਤਿਗੁਰੂ ਕਹਿੰਦੇ ਵੀ ਜਿਸ ਵੇਲੇ ਬਲ ਛੁੱਟ ਜਾਏ, ਤਾਕਤ ਘਟ ਜਾਏ, ਤੇ ਘਟੀ ਹੋਈ ਤਾਕਤ ਵਿੱਚ ਭਾਵ ਕਮਜ਼ੋਰ ਦੇ ਉੱਤੇ ਫਿਰ ਜੰਜਾਲ ਪੈ ਜਾਂਦੇ ਨੇ। ਜੇ ਇਸ ਨੁਕਤੇ ਨੂੰ ਸਮਝਣਾ ਹੋਵੇ, ਮੰਨ ਲਓ ਕੋਈ ਮੁਲਕ ਤਾਕਤ ਕਰਕੇ ਕਮਜ਼ੋਰ ਹੋ ਜਾਏ, ਉਹਦਾ ਕੀ ਹਸ਼ਰ ਹੋਏਗਾ। ਜਿੰਨੇ ਤਕੜੇ ਮੁਲਕ ਨੇ, ਤਕੜੀਆਂ ਸਟੇਟਾਂ ਨੇ, ਤਕੜੇ ਦੇਸ਼ ਨੇ, ਪਾਵਰਫੁੱਲ ਨੇ, ਉਹ ਫਿਰ ਉਹਨੂੰ ਆਪਣਾ ਗੁਲਾਮ ਬਣਾਉਣਗੇ, ਦੁਬੇਲ ਬਣਾਉਣਗੇ। ਉਸ ਮੁਲਕ ਦੀਆਂ ਜਿਹੜੇ ਨੈਚੁਰਲ ਸੋਰਸਸ ਨੇ, ਸੋਮੇ ਨੇ ਕੁਦਰਤੀ, ਉਹ ਲੁੱਟਣਾ ਸ਼ੁਰੂ ਕਰ ਦੇਣਗੇ। ਉੱਥੋਂ ਦੀ ਪ੍ਰਜਾ ਦੇ ਕੋਲੋਂ, ਉੱਥੋਂ ਦੇ ਲੋਕਾਂ ਦੇ ਕੋਲੋਂ ਵਗਾਰ ਕਰਾਉਣਗੇ, ਗੁਲਾਮੀ ਕਰਾਉਣਗੇ। ਆਪਣੇ ਕਾਨੂੰਨ, ਆਪਣੇ ਵਿਸ਼ਵਾਸ, ਆਪਣਾ ਕਲਚਰ, ਆਪਣਾ ਧਰਮ, ਸਾਰਾ ਕੁਝ ਫਿਰ ਉਹਦੇ ਉੱਤੇ, ਉਹਨਾਂ ਲੋਕਾਂ ਦੇ ਉੱਤੇ ਜ਼ਬਰਦਸਤੀ ਠੋਸਿਆ ਜਾਏਗਾ। ਯਾਨੀ ਕਿ ਹਰ ਤਰ੍ਹਾਂ ਦੇ ਨਾਲ ਉਹਨਾਂ ਨੂੰ ਕੈਦ ਵਿੱਚ ਰੱਖਿਆ ਜਾਏਗਾ, ਬੰਧਨ ਪਾਇਆ ਜਾਏਗਾ। ਪਰ ਉਹ ਬੰਧਨ ਕਿਉਂ ਪੈਂਦਾ? ਜਦੋਂ ਕੋਈ ਧਿਰ ਕਮਜ਼ੋਰ ਹੋ ਜਾਂਦੀ ਹੈ। ਇਹ ਸੰਸਾਰ ਦਾ ਇੱਕ ਨਿਯਮ ਹੈ। ਇੱਥੇ ਜੀਵ ਦਾ ਆਹਾਰ ਕਰਦਾ ਹੈ, ਪਾਣੀ ਵਿੱਚ, ਜ਼ਮੀਨ ਉੱਤੇ, ਜੰਗਲ ਵਿੱਚ। ਬਾਣੀ ਦਾ ਇੱਕ ਵਾਕ ਹੈ, ਜੀਆਂ ਕਾ ਆਹਾਰ ਜੀ ਖਾਣਾ ਏ ਕਰੇ। ਜਿਹੜਾ ਤਕੜਾ ਹੈ ਉਹ ਸਰਵਾਈਵ ਕਰ ਜਾਂਦਾ ਹੈ, ਤੇ ਜਿਹੜਾ ਕਮਜ਼ੋਰ ਹੈ ਉਹ ਤਕੜੇ ਦਾ ਸ਼ਿਕਾਰ ਹੋ ਜਾਂਦਾ। ਇਹ ਕੁਦਰਤ ਦਾ ਇੱਕ ਨੇਮ ਹੈ, ਇੱਕ ਰੂਲ ਹੈ। ਵੱਡਾ ਜੀਵ ਛੋਟੇ ਦਾ ਸ਼ਿਕਾਰ ਕਰਦਾ ਹੈ। ਤੁਸੀਂ ਵੇਖੋ ਨਾ, ਕਿੰਨੇ ਸਾਰੇ ਦਰਖਤ ਹੋਣ, ਬੀਜ ਬੀਜੇ ਜਾਣ, ਤੇ ਜਿਹੜਾ ਦਰਖਤ ਜ਼ਿਆਦਾ ਫੈਲ ਜਾਂਦਾ ਉਹ ਦੂਜੇ ਨੂੰ ਉੱਠਣ ਨਹੀਂ ਦਿੰਦਾ।
ਉਹਦੇ ਥੱਲੇ ਜਿਹੜੇ ਹੋਰ ਪੌਦੇ ਹੁੰਦੇ ਨੇ ਉਹ ਕਮਜ਼ੋਰ ਜਿਹੇ ਹੋ ਕੇ ਉੱਥੇ ਹੀ ਸੜ ਸੁੱਕ ਜਾਂਦੇ ਨੇ, ਜਾਂ ਉਹਨਾਂ ਦੇ ਕੱਦ ਮਧਰੇ ਰਹਿ ਜਾਂਦੇ ਨੇ, ਉਹ ਵਿਗਸਦੇ ਨਹੀਂ, ਵਿਕਾਸ ਨਹੀਂ ਕਰਦੇ, ਮੌਲਦੇ ਨਹੀਂ ਤੇ ਵੱਧਦੇ ਨਹੀਂ। ਤਾਕਤ ਹਮੇਸ਼ਾ ਦੂਜੇ ਨੂੰ ਦਬਾ ਲੈਂਦੀ, ਕਮਜ਼ੋਰ ਜਿਹੜਾ ਹੈ ਉਹ ਦੱਬਿਆ ਜਾਂਦਾ ਹੈ, ਉਹ ਘਿਰ ਜਾਂਦਾ ਹੈ ਚਾਰ ਚੁਫੇਰਿਓਂ। ਇਸ ਸ੍ਰਿਸ਼ਟੀ ਦੇ ਅੰਦਰ ਜਿਹੜੀ ਚੀਜ਼ ਤਾਕਤ ਫੜੇਗੀ ਉਹੀ ਸਰਵਾਈਵ ਕਰੇਗੀ, ਜਿਹੜੀ ਰੁਕ ਗਈ, ਕਮਜ਼ੋਰ ਪੈ ਗਈ, ਉਹ ਖਤਮ ਹੋ ਜਾਏਗੀ। ਮੈਡੀਕਲ ਸਾਇੰਸ ਦੇ ਨੁਕਤੇ ਤੋਂ ਸਾਡਾ ਸਰੀਰ ਜਿਹੜਾ ਹੈ, ਸਾਡੇ ਸਰੀਰ ਨੂੰ ਪ੍ਰੋਟੈਕਟ ਕਰਨ ਵਾਲੇ ਵੀ ਸਾਡੇ ਸਰੀਰ ਵਿੱਚ ਸੈੱਲ ਨੇ, ਜਿਹੜੇ ਡਿਜ਼ੀਜ਼ ਨਾਲ, ਬਿਮਾਰੀ ਨਾਲ ਲੜਦੇ ਨੇ। ਜਦੋਂ ਕਮਜ਼ੋਰ ਪੈ ਜਾਂਦੇ ਨੇ, ਬਿਮਾਰੀ ਹਾਵੀ ਹੋ ਜਾਂਦੀ ਹੈ, ਤੇ ਸਰੀਰ ਕਿੰਨਾ ਵੀ ਸੁਨੱਖਾ ਹੋਵੇ, ਕਿੰਨਾ ਵੀ ਸੋਹਣਾ ਹੋਵੇ, ਕਿੰਨਾ ਵੀ ਅਕਲ ਵਾਲਾ ਹੋਵੇ, ਕਿੰਨਾ ਵੀ ਤਕੜਾ ਦਿਸਦਾ ਹੋਵੇ, ਢਹਿ ਜਾਂਦਾ। ਇਹਦਾ ਭਾਵ ਹੈ ਵੀ ਜਿਹੜਾ ਕਮਜ਼ੋਰ ਹੋਇਆ ਉਸਨੇ ਸਕੰਜੇ ਵਿੱਚ ਆ ਹੀ ਜਾਣਾ, ਉਹ ਖਤਮ ਹੋਏਗਾ, ਉਹ ਸ਼ਿਕਾਰ ਹੋਏਗਾ। ਸਤਿਗੁਰੂ ਸੱਚੇ ਪਾਤਸ਼ਾਹ ਨੇ ਇੱਥੇ ਸ਼ਬਦ ਵਰਤਿਆ, ਬਲ ਹੁਆ ਬਲ ਛੁੱਟ ਕਿਉ ਬੰਧਨ ਪਰੇ। ਜਦੋਂ ਬਲ ਛੁੱਟ ਜਾਏ, ਤਾਕਤ ਘਟ ਜਾਏ ਤੇ ਬੰਧਨ ਪੈ ਜਾਂਦੇ ਨੇ, ਗੁਲਾਮੀ ਗਲ ਪੈ ਜਾਂਦੀ ਹੈ। ਹੁਣ ਵੇਖੋ, ਸਤਿਗੁਰੂ ਪਾਤਸ਼ਾਹ ਨੇ ਇਹ ਆਤਮਿਕ ਵਿਕਾਸ ਦਾ ਰਾਹ ਸਾਨੂੰ ਦੱਸਿਆ। ਇੱਥੇ ਸਤਿਗੁਰੂ ਕਹਿੰਦੇ ਨੇ ਜਦੋਂ ਸਾਡਾ ਆਤਮਿਕ ਬਲ ਘਟਦਾ ਹੈ ਨਾ, ਤੇ ਨਿੱਕਾ ਜਿਹਾ ਭੈੜਾ ਵਿਚਾਰ ਵੀ ਸਾਡੇ ਉੱਤੇ ਹਾਵੀ ਹੋ ਜਾਂਦਾ। ਬਦੀ ਨਾਲ ਲੜਨ ਲਈ, ਔਗਣ ਨਾਲ ਲੜਨ ਲਈ, ਝੂਠ ਉੱਤੇ ਫਤਿਹ ਹਾਸਲ ਕਰਨ ਲਈ ਤੁਹਾਡੇ ਅੰਦਰ ਆਤਮਿਕ ਬਲ ਹੋਣਾ ਚਾਹੀਦਾ। ਜਿੱਥੇ ਆਤਮਿਕ ਬਲ ਨਹੀਂ, ਉੱਥੇ ਸੱਚਾ ਧਰਮੀ ਜੀਵਨ ਘੜਿਆ ਹੀ ਨਹੀਂ ਜਾ ਸਕਦਾ, ਵਿਕਾਸ ਨਹੀਂ ਕਰ ਸਕਦਾ। ਕੋਈ ਲੱਖ ਚਾਹੇ ਧਰਮ ਦੀ ਗੱਲ ਕਰਦਾ ਰਹੇ, ਕੋਈ ਧਰਮ ਦੇ ਪਠਨ ਪਾਠ ਕਰਦਾ ਰਹੇ, ਧਰਮ ਦੇ ਕਰਮ ਕਰਦਾ ਰਹੇ, ਪਰ ਜਿੰਨਾ ਚਿਰ ਉਸਨੇ ਆਪਣੀ ਸੁਰਤ ਨੂੰ ਤਕੜਿਆ ਨਹੀਂ ਕੀਤਾ ਧਰਮ ਦੀ ਖੁਰਾਕ ਦੇ ਕੇ, ਸੱਚੇ ਉਪਦੇਸ਼ ਦੇ ਨਾਲ, ਸੱਚੇ ਗਿਆਨ ਦੇ ਨਾਲ, ਪਰਮੇਸ਼ਰ ਦੀ ਇਬਾਦਤ ਨਾਲ, ਪਰਮੇਸ਼ਰ ਦੇ ਗੁਣਾਂ ਨਾਲ, ਜਿੱਥੇ ਸੁਰਤ ਕਮਜ਼ੋਰ ਪੈ ਗਈ ਉਹ ਗੁਲਾਮ ਹੋ ਜਾਏਗੀ, ਵਿਕਾਰਾਂ ਦੀ ਹੋ ਜਾਏ, ਅਵਗੁਣਾਂ ਦੀ ਹੋ ਜਾਏ, ਵਿਸ਼ਿਆਂ ਵਿਕਾਰਾਂ ਦੀ ਹੋ ਜਾਏ, ਉਹ ਬਦੀ ਦੀ ਹੋ ਜਾਏ। ਸਤਿਗੁਰੂ ਮਹਾਰਾਜ ਨੇ ਬੜੀ ਰਹਿਮਤ ਕਰਕੇ ਸਾਨੂੰ ਸਤ ਸੰਗਤ ਬਖਸ਼ੀ। ਸਤ ਸੰਗਤ ਦਾ ਅਰਥ ਕੀ ਹੈ? ਜਿੱਥੇ ਅਸੀਂ ਆਪਣੀ ਸੁਰਤ ਨੂੰ ਗੁਰਬਾਣੀ ਦੀ ਖੁਰਾਕ ਨਾਲ ਤਕੜਿਆਂ ਕਰਨਾ ਹੈ, ਤਾਂ ਕਿ ਅਸੀਂ ਮਨਮਤ ਦੇ, ਬਦੀ ਦੇ, ਝੂਠ ਦੇ, ਬੇਅਸੂਲੀ ਦੇ ਪ੍ਰਭਾਵ ਤੋਂ ਬਚ ਸਕੀਏ। ਸਾਡੀ ਸੁਰਤ ਇਹਨਾਂ ਚੀਜ਼ਾਂ ਦੇ ਜੰਜਾਲ 'ਚ ਫਸ ਨਾ ਜਾਏ। ਮੈਂ ਇੱਕ ਵਾਕ ਪੜ੍ਹਦਾ, ਭਾਈ ਸਾਹਿਬ ਜੀ ਦਾ ਬੜਾ ਪਿਆਰਾ ਹੈ। ਉਹ ਕਹਿੰਦੇ ਨੇ, ਸਿੱਖੀ ਹੈ ਬਲਵਾਨ ਕਰਨਾ ਸੁਰਤ ਨੂੰ, ਚੜ੍ਹਦੀ ਕਲਾ ਨਿਵਾਸ ਸਦ ਹੀ ਰੱਖਣਾ। ਜੇ ਕੋਈ ਸਿੱਧਾ ਜਿਹਾ ਸਾਨੂੰ ਪ੍ਰਸ਼ਨ ਕਰੇ ਵੀ ਅਸੀਂ ਬਾਣੀ ਕਿਉਂ ਪੜ੍ਹਦੇ ਹਾਂ, ਬਾਣੀ ਨੂੰ ਗਾਉਂਦੇ ਕਿਉਂ ਹਾਂ, ਬਾਣੀ ਨੂੰ ਵਿਚਾਰਦੇ ਕਿਉਂ ਹਾਂ, ਸਤ ਸੰਗਤ ਕਿਉਂ ਕਰਦੇ ਹਾਂ, ਤਾਂ ਇਹਦਾ ਇੱਕ ਭਾਵ ਇਹ ਵੀ ਹੈ, ਇਹਦਾ ਇੱਕ ਉੱਤਰ ਇਹ ਵੀ ਬਣਦਾ ਹੈ ਕਿ ਗੁਰਮਤਿ ਦੀ ਖੁਰਾਕ ਨਾਲ, ਗੁਰਮਤਿ ਦੇ ਅਭਿਆਸ ਨਾਲ, ਸਤ ਸੰਗਤ ਦੇ ਅਭਿਆਸ ਤੇ ਆਸਰੇ ਨਾਲ ਅਸੀਂ ਆਪਣੀ ਸੁਰਤ ਨੂੰ ਬਲਵਾਨ ਕਰਦੇ ਹਾਂ। ਸਿੱਖੀ ਹੈ ਬਲਵਾਨ ਕਰਨਾ ਸੁਰਤ ਨੂੰ, ਚੜ੍ਹਦੀ ਕਲਾ ਨਿਵਾਸ ਸਦ ਹੀ ਰੱਖਣਾ। ਭਾਈ ਸੱਤਾ ਤੇ ਬਲਵੰਡ ਜੀ ਨੇ ਰਾਮਕਲੀ ਰਾਗ ਵਿੱਚ 8 ਪੌੜੀਆਂ ਦੀ ਵਾਰ ਰਚੀ ਹੈ। ਉਸ ਵਾਰ ਵਿੱਚ ਉਹਨਾਂ ਬੜਾ ਬਾਕਮਾਲ 2 ਸ਼ਬਦ ਵਰਤੇ ਨੇ। ਇੱਕ ਜਗ੍ਹਾ ਉਹ ਲਿਖਦੇ ਨੇ, ਕਹਿੰਦੇ ਨੇ, ਗੁਰੂ ਨਾਨਕ ਮਹਾਰਾਜ ਦੇ ਕੋਲ ਜਿਸ ਵੇਲੇ ਭਾਈ ਲਹਿਣਾ ਜੀ ਆਏ, ਤੇ ਭਾਈ ਲਹਿਣਾ ਜੀ ਬਿਲਕੁਲ ਵੱਖਰੇ ਖਿਆਲਾਂ ਦੇ ਸਨ। ਜੋ ਕੁਝ ਉਹ ਜੀਂਦੇ ਸਨ, ਜੋ ਕੁਝ ਉਹ ਕਰਦੇ ਸਨ, ਜਿਹੋ ਜਿਹਾ ਉਹਨਾਂ ਦੀ ਪ੍ਰੈਕਟਿਸ ਸੀ ਧਰਮ ਦੇ ਖੇਤਰ 'ਚ ਜਾਂ ਦੁਨਿਆਵੀ ਖੇਤਰ 'ਚ, ਗੁਰੂ ਨਾਨਕ ਸਾਹਿਬ ਮਹਾਰਾਜ ਦਾ ਰਸਤਾ ਬਿਲਕੁਲ ਡਿਫਰੈਂਟ, ਬਿਲਕੁਲ ਵੱਖਰਾ। ਹੁਣ ਤੁਸੀਂ ਵੇਖੋ ਨਾ, ਬਿਲਕੁਲ ਆਪੋਜਿਟ ਖੜਾ ਹੋਇਆ ਇੱਕ ਜੀਵਨ। ਇੱਕ ਪਾਸੇ ਗੁਰੂ ਪਾਤਸ਼ਾਹ ਨੇ, ਇੱਕ ਪਾਸੇ ਭਾਈ ਲਹਿਣਾ ਜੀ ਦਾ ਜੀਵਨ। ਹੁਣ ਬੜਾ ਵੱਡਾ ਗੈਪ ਹੈ। ਇਸ ਗੈਪ ਨੂੰ ਮੇਟਣਾ ਹੀ ਸਿੱਖੀ ਦੀ ਕਮਾਈ ਹੈ, ਚੇਤੇ 'ਚ ਰੱਖਿਓ। ਸਿੱਖੀ ਕਮਾਉਣਾ ਕੀ ਹੈ? ਜੋ ਮੇਰੇ ਤੇ ਗੁਰੂ ਦੇ ਦਰਮਿਆਨ ਅੰਤਰ ਹੈ ਨਾ, ਉਸ ਅੰਤਰ ਨੂੰ, ਉਸ ਵਿੱਥ ਨੂੰ ਮਿਟਾ ਲੈਣਾ ਹੀ ਸਿੱਖੀ ਦੀ ਕਮਾਈ ਕਰਨਾ। ਕੋਈ ਕਹੇ ਵੀ ਸਿੱਖੀ ਦੀ ਕਮਾਈ ਕਿਉਂ ਕਰਨੀ ਹੈ, ਤਾਂ ਸਿੱਧਾ ਜਾਇਦਾ ਇਹੀ ਪ੍ਰਸ਼ਨ ਦਾ ਉੱਤਰ ਬਣਦਾ ਹੈ ਵੀ ਮੇਰੇ ਤੇ ਗੁਰੂ ਦੇ ਦਰਮਿਆਨ ਵਿੱਥ ਨਹੀਂ ਰਹਿਣੀ ਚਾਹੀਦੀ, ਉਹ ਗੈਪ ਮਿਟ। ਜਿਉਂ-ਜਿਉਂ ਮੈਂ ਗੁਰਮਤਿ ਸਿੱਖੀ ਦੀ ਕਮਾਈ ਕਰਾਂਗਾ, ਤਿਉਂ-ਤਿਉਂ ਗੁਰੂ ਦੀ ਨੇੜਤਾ ਤੇ ਹੌਲੀ-ਹੌਲੀ ਗੁਰੂ ਦਾ ਰੂਪ ਹੀ ਹੋ ਜਾਵਾਂਗਾ।
ਬਸ ਇਹ ਵਿੱਥ ਨੂੰ ਮੇਟਣਾ ਹੀ ਮੇਰੇ ਜੀਵਨ ਦਾ ਮਕਸਦ ਹੈ। ਗੁਰੂ ਰੂਪ ਹੋ ਜਾਣਾ ਹੀ ਮੇਰੇ ਜੀਵਨ ਦਾ ਮਕਸਦ। ਜਥਾ ਜਿਵੇਂ ਬਾਬਾ ਕਬੀਰ ਸਾਹਿਬ ਨੇ ਕਿਹਾ ਨਾ, ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਵੀ ਰੱਬ ਦਾ ਬੰਦਾ ਕਿਹੋ ਜਿਹਾ ਹੋਣਾ ਚਾਹੀਦਾ? ਹੁਣ ਕਿ ਰੱਬ ਵਰਗਾ ਹੀ ਹੋਣਾ ਚਾਹੀਦਾ, ਜਿਹਦਾ ਬੰਦਾ ਉਹਦੇ ਵਰਗਾ ਹੀ ਹੋਣਾ ਚਾਹੀਦਾ। ਕਿਸੇ ਕੰਪਨੀ ਵਿੱਚ ਕੋਈ ਨੌਕਰੀ ਕਰਦਾ ਹੈ ਨਾ, ਤੇ ਉਹਨੂੰ ਜੇ ਪੁੱਛਿਆ ਜਾਏ ਵੀ ਤੂੰ ਕਿੰਨਾ ਕੁ ਵੱਡਾ ਬਣਨਾ ਚਾਹੁੰਦਾ, ਕਹਿੰਦਾ ਜਿਹਦੀ ਮੈਂ ਨੌਕਰੀ ਕਰਦਾ ਏਡਾ ਤੇ ਵੱਡਾ ਘੱਟੋ ਘੱਟ ਬਣਾ ਹੀ ਨਾ। ਸੋਚ ਕੇ ਵੇਖੋ ਜਰਾ ਵੀ ਇਹ ਕੰਪਨੀ ਕੱਲ੍ਹ ਨੂੰ ਮੇਰੀ ਹੋਵੇ ਤੇ ਇਸ ਕੰਪਨੀ ਦਾ ਜਿਹੜਾ ਹੈਡ ਹੈ, ਬੌਸ ਹੈ ਜਿਹੜਾ ਸਾਰਿਆਂ ਦਾ, ਉਹਦੀ ਜਗ੍ਹਾ ਤੇ ਜੇ ਮੈਂ ਹੋਵਾਂ, ਹੋਰ ਮੈਨੂੰ ਕੀ ਚਾਹੀਦਾ? ਅੱਜ ਮੈਂ ਇੱਕ ਨਿੱਕਾ ਜਿਹਾ ਇੰਪਲੋਈ ਹਾਂ, ਕੱਲ੍ਹ ਨੂੰ ਮੈਂ ਇਸੇ ਕੰਪਨੀ ਦਾ ਹੈਡ ਹੋਵਾਂ। ਉਹਨੂੰ ਵੀ ਇੱਕ ਵਿੱਥ, ਇੱਕ ਗੈਪ ਰੜਕਦਾ ਰਹਿੰਦਾ। ਤੇ ਕਈ ਵਾਰ ਐਸਾ ਦੁਨੀਆ 'ਚ ਵਾਪਰਦਾ ਵੀ ਹੈ ਵੀ ਇੱਕ ਨੌਕਰ ਜਿਹੜਾ ਉਹ ਮਾਲਕ ਬਣਨਾ ਚਾਹੁੰਦਾ, ਉਸੋਂ ਤੱਕ ਪਹੁੰਚਣਾ ਚਾਹੁੰਦਾ। ਚੇਤੇ ਵਿੱਚ ਰੱਖਣਾ, ਇਸ ਸੰਸਾਰਕ ਪੱਧਰ ਉੱਤੇ ਕੰਪੀਟੀਸ਼ਨ ਹੋ ਸਕਦਾ ਕੋਈ ਵੀ ਮਾਲਕ ਆਪਣੇ ਨੌਕਰ ਨੂੰ ਆਪਣੇ ਤੱਕ ਪਹੁੰਚਣ ਨਹੀਂ ਦਿੰਦਾ, ਨਹੀਂ ਤੇ ਫਿਰ ਅਰਥ ਹੀ ਕੀ ਰਹਿ ਜਾਣਗੇ ਮਾਲਕ ਹੋਣ ਦੇ। ਪਰ ਗੁਰਮਤਿ ਦਾ ਖੇਤਰ ਬੜਾ ਵੱਖਰਾ। ਇੱਥੇ ਗੁਰੂ ਆਪਣੇ ਸੇਵਕ ਨੂੰ ਆਪ ਰਸਤਾ ਦੱਸਦਾ ਵੀ ਤੂੰ ਇੱਥੋਂ ਤੱਕ ਕਿਵੇਂ ਪਹੁੰਚ ਸਕਦਾ ਹੈ, ਕਿਵੇਂ ਆ ਸਕਦਾ ਹੈ। ਗੁਰੂ ਉਹਦੀ ਹੈਲਪ ਕਰਦਾ, ਉਹਦੀ ਮਦਦ ਕਰਦਾ, ਬਾਰ-ਬਾਰ ਉਹਦਾ ਸਹਾਇਕ ਹੁੰਦਾ। ਜਹ ਜਹ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉਠਦਾ ਆਵੈ, ਸੇਵਕ ਕਉ ਨਿਕਟੀ ਹੋਏ ਦਿਖਾਵੇ। ਉਸੇ ਨੂੰ ਕਿਹਾ ਗੁਰ ਮੇਰਾ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ। ਫਿਰ ਉਹ ਵਕਤ, ਉਹ ਘੜੀ ਆਉਂਦੀ ਹੈ ਜਦੋਂ ਕੋਈ ਲਹਿਣਾ ਅੰਗਦ ਬਣ ਕੇ ਗੁਰੂ ਨਾਨਕ ਦਾ ਰੂਪ ਹੁੰਦਾ। ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਇਸ ਗੱਲ ਤੇ ਕੋਈ ਆਪੱਤੀ, ਕੋਈ ਆਬਜੈਕਸ਼ਨ ਨਹੀਂ ਹੁੰਦਾ, ਕਿਉਂਕਿ ਇੱਥੋਂ ਤੱਕ ਭਾਈ ਲਹਿਣੇ ਨੂੰ ਲਿਆਉਣ ਲਈ ਗੁਰੂ ਨਾਨਕ ਸਾਹਿਬ ਹੀ ਉਹਦੇ ਰਾਹ ਦਸੇਰੇ, ਮਾਰਗਦਰਸ਼ਕ ਨੇ, ਆਈਡੀਅਲ ਨੇ। ਸਾਰੀ ਘਾਲਣਾ ਗੁਰੂ ਨਾਨਕ ਸਾਹਿਬ ਆਪ ਕਰਾਉਣ ਵਾਲੇ। ਤੇ ਭਾਈ ਸੱਤਾ ਬਲਵੰਡ ਜੀ ਨੇ ਕੀ ਲਿਖਿਆ? ਕਹਿੰਦੇ ਨੇ, ਮਤ ਗੁਰ ਆਤਮ ਦੇਵ ਦੀ, ਖੜਗ ਜੋਰ ਪਰਾ ਕੋਈ ਜੀਅ। ਕਹਿੰਦੇ ਜਿਵੇਂ ਕਿਸੇ ਨੂੰ ਜਿੱਤ ਨਹੀਂ ਲਿਆ ਜਾਂਦਾ ਤਲਵਾਰ ਦੇ ਜ਼ੋਰ ਨਾਲ, ਤਾਕਤ ਦੇ ਜ਼ੋਰ ਨਾਲ। ਜਿਵੇਂ ਦੋ ਫੌਜਾਂ ਲੜ ਰਹੀਆਂ ਹੋਣ ਤੇ ਜਿਹੜੀ ਤਾਕਤਵਰ ਹੋਵੇ ਉਹ ਦੂਜੇ ਦੇ ਹਥਿਆਰ ਸਟਵਾ ਲੈਂਦੀ ਹੈ ਤੇ ਉਹਦੇ ਤੇ ਫਤਿਹ ਹਾਸਲ ਕਰ ਲੈਂਦੀ ਹੈ। ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਗੁਰਮਤਿ, ਧਰਮ, ਸੱਚ ਦਾ ਧਵਜ ਨੇ। ਤੇ ਭਾਈ ਲਹਿਣਾ ਬਿਲਕੁਲ ਦੂਜੇ ਪਾਸੇ ਖੜੇ ਸਨ। ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੀ ਗੁਰਮਤਿ ਦੀ ਤਲਵਾਰ ਦੇ ਬਲ, ਜ਼ੋਰ ਨਾਲ, ਆਤਮ ਬਲ, ਉਹਨੂੰ ਲਿਖਿਆ ਆਤਮ ਬਲ ਨਾਲ ਭਾਈ ਲਹਿਣੇ ਨੂੰ ਜਿੱਤ ਲਿਆ। ਭਾਈ ਲਹਿਣੇ ਤੇ ਫਤਿਹ ਹਾਸਲ ਕਰ ਲਈ। ਮਨਮਤ ਦਾ ਪ੍ਰਹਾਰ ਹੋ ਗਿਆ, ਗੁਰਮਤਿ ਜੇਤੂ ਹੋ ਗਿਆ। ਇੱਕ ਹੋਰ ਸ਼ਬਦ ਉਹਨਾਂ ਨੇ ਵਰਤਿਆ, ਕਹਿੰਦੇ ਨਾਨਕ ਰਾਜ ਚਲਾਇਆ, ਸੱਚ ਕੋਟ ਸਤਾਣੀ ਨੀਂਦ। ਪੁਰਾਣੇ ਵਕਤ ਵਿੱਚ ਰਾਜਾ ਕਿਹਨੂੰ ਕਿਹਾ ਜਾਂਦਾ? ਜਿਹਦੇ ਕੋਲ ਫੌਜਾਂ ਹੋਣ, ਜਿਹਦਾ ਸਿੱਕਾ ਚੱਲੇ, ਜਿਹਦੇ ਕੋਲ ਕਿਲੇ ਨੇ ਪ੍ਰੋਟੈਕਸ਼ਨ ਵਾਸਤੇ, ਜਿਹਦਾ ਹੁਕਮ ਚੱਲਦਾ ਹੈ, ਜਿਹਦੇ ਕੋਲ ਧਰਤੀ ਹੈ ਰਾਜ ਕਰਨ ਲਈ। ਕੋਈ ਨਿਸ਼ਾਨੀਆਂ ਹੁੰਦੀਆਂ ਨਾ ਰਾਜ ਦੀਆਂ। ਜਿਹੜਾ ਆਪਾਂ ਦੁਨਿਆਵੀ ਸੱਤਾ ਹੈ, ਦੁਨਿਆਵੀ ਰਾਜ ਹੈ, ਇਹਦੀਆਂ ਕੋਈ ਨਿਸ਼ਾਨੀਆਂ ਨੇ। ਇਸੇ ਕਰਕੇ ਪੁਰਾਣੇ ਲੋਕ ਜਿਹੜੇ ਸਨ ਉਹ ਲੜਾਈ ਲਈ ਕਿਲਿਆਂ ਦੀ ਚੋਣ ਕਰਦੇ ਸਨ। ਜਿੰਨੇ ਕਿਲੇ ਮਜ਼ਬੂਤ ਹੋਣਗੇ ਉਨੀ ਪ੍ਰੋਟੈਕਸ਼ਨ, ਸੁਰੱਖਿਅਤ ਵੱਧ ਹੋਏਗੀ, ਸਿਕਿਉਰਿਟੀ ਵੱਧ ਹੋਏਗੀ। ਕਈ ਐਸੇ ਭਾਰੀ ਭਾਰੀ ਦੁਰਗ ਕਿਲੇ ਭਾਰਤ ਵਿੱਚ ਵੇਖੇ ਗਏ ਜਿਨ੍ਹਾਂ ਨੂੰ ਫਤਿਹ ਕਰਨਾ ਕਿਸੇ ਫੌਜ ਵਾਸਤੇ ਬੜਾ ਔਖਾ ਹੁੰਦਾ ਸੀ। ਇੰਨਾ ਖਰਚਾ ਹੀ ਅਫੋਰਡ ਨਹੀਂ ਸੀ ਕਰ ਪਾਉਂਦੀ ਸਰਕਾਰ ਵੀ ਇਹ ਕਿਲੇ ਨੂੰ ਢਾਹ ਕੇ ਜਾਂ ਇਸ ਕਿਲੇ ਦੇ ਅੰਦਰ ਆ ਕੀ ਹੋਏ ਲੋਕਾਂ ਨੂੰ ਜਿੱਤ ਲਿਆ ਜਾਏ। ਫਿਰ ਹੋਰ ਬਦਲਵੇਂ ਰਾਹ ਲੱਭੇ ਜਾਂਦੇ ਸਨ। ਖੈਰ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਬਾਬਤ ਲਿਖਿਆ, ਗੁਰੂ ਨਾਨਕ ਨੇ ਧਰਮ ਦਾ ਰਾਜ ਚਲਾਇਆ। ਤੇ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਦੇ ਧਰਮ ਦਾ ਜਿਹੜਾ ਰਾਜ ਹੈ ਉਹਦਾ ਪ੍ਰਤੀਕ ਹੈ ਸੱਚ ਕੋਟ। ਸੱਚ ਦਾ ਕਿਲਾ ਬਣਾਇਆ ਗੁਰੂ ਨਾਨਕ ਸਾਹਿਬ ਨੇ, ਤੇ ਉਹਦੀ ਨੀਂਹ ਇੰਨੀ ਮਜ਼ਬੂਤ, ਆਤਮ ਬਲ ਉੱਤੇ ਉਹਦੀ ਨੀਂਹ ਰੱਖੀ ਹੈ। ਆਤਮ ਬਲ ਉੱਤੇ, ਸੁਰਤ ਦੀ ਉਚਾਈ ਉੱਤੇ। ਐਸੇ ਬਹੁਤ ਸਾਰੇ ਪ੍ਰਮਾਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਮੁਬਾਰਕ ਬਾਣੀ ਵਿੱਚ ਮੌਜੂਦ ਨੇ, ਜਿੱਥੇ ਉੱਚੀ ਸੁਰਤ ਨੂੰ, ਸੁਰਤ ਦੇ ਬਲ ਨੂੰ ਸਤਿਗੁਰੂ ਨੇ ਬੜਾ ਸਲਾਹਿਆ। ਸਤਿਗੁਰੂ ਮਹਾਰਾਜ ਇੱਥੇ ਬਖਸ਼ਿਸ਼ ਕਰਦੇ ਨੇ, ਜਦੋਂ ਤੁਹਾਡਾ ਆਤਮ ਬਲ ਘਟ ਜਾਂਦਾ ਹੈ ਤਾਂ ਕੀ ਵਾਪਰਦਾ ਹੈ? ਸੁਰਤ ਖੀਣ ਹੁੰਦੀ ਹੈ, ਕਮਜ਼ੋਰ ਹੁੰਦੀ ਹੈ, ਫਿਰ ਬੰਧਨ ਪੈ ਜਾਂਦੇ ਨੇ।
ਕਛੂ ਨਾ ਹੋ ਤੇ ਉਪਾਏ, ਫਿਰ ਤੁਹਾਡਾ ਕੋਈ ਉਪਾਅ ਨਹੀਂ ਚੱਲਦਾ, ਕੋਈ ਚਾਰਾ ਨਹੀਂ ਚੱਲਦਾ। ਤੁਸੀਂ ਨਿੱਕੇ ਮੋਟੇ ਛਿਟ-ਪੁੱਟ ਯਤਨ ਕਰਦੇ ਹੋ, ਪਰ ਤੁਹਾਡੇ ਉਹ ਯਤਨ ਰਾਸ ਨਹੀਂ ਹੁੰਦੇ। ਕਿਉਂਕਿ ਅਸੀਂ ਸੋਚਦੇ ਹਾਂ ਨਿੱਕੇ ਨਿੱਕੇ ਯਤਨ ਹੀ ਸਾਰਾ ਕੁਝ ਨਹੀਂ। ਜਦੋਂ ਧਰਮ ਦੇ ਖੇਤਰ ਵਿੱਚ ਕੋਈ ਅਸੀਂ ਚੰਗਾ ਕੰਮ ਕਰੀਏ, ਕੋਈ ਅਭਿਆਸ ਕਰੀਏ, ਕੋਈ ਪ੍ਰੈਕਟਿਸ ਕਰੀਏ ਕਿਸੇ ਚੰਗੇ ਕੰਮ ਦੀ, ਤਾਂ ਇਹ ਸਮਝਣਾ ਵੀ ਉਸ ਸੁਰਤ ਨੂੰ ਬਲਵਾਨ ਕਰਦਾ ਹੋਵੇ। ਜੇ ਉਹਦਾ ਇਹ ਨਤੀਜਾ ਨਹੀਂ ਨਿਕਲ ਰਿਹਾ ਤੇ ਉਹ ਮਹਿਜ਼ ਕਰਮਕਾਂਡ ਬਣ ਜਾਏ। ਫਿਰ ਉਹ ਨਿੱਕੇ ਮੋਟੇ ਯਤਨ ਵੀ ਕਿਸੇ ਰਾਸ ਨਹੀਂ ਆਉਂਦੇ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਇੱਕ ਬੇਨਤੀ ਹੀ ਕੀਤੀ ਜਾ ਸਕਦੀ ਹੈ ਐਸੀ ਦਸ਼ਾ ਵਿੱਚ, ਕਹੋ ਨਾਨਕ ਅਬ ਓਟ ਹਰ ਗੱਜ ਜਿਉ ਹੋ ਸਹਾਏ। ਫਿਰ ਐਸੀ ਦਸ਼ਾ ਜਿੱਥੇ ਤੁਹਾਡੇ ਨਿੱਕੇ ਮੋਟੇ ਉਪਾਅ ਤੇ ਯਤਨ ਵੀ ਕੰਮ ਨਾ ਹੋਣ, ਤੁਹਾਡਾ ਆਤਮ ਬਲ ਖੀਣ ਹੋਇਆ ਪਿਆ, ਸੁਰਤ ਕਮਜ਼ੋਰ ਹੈ, ਬੰਧਨਾਂ 'ਚ ਗਰਸੀ ਗਈ ਹੈ, ਕੀ ਕਰੀਏ? ਹਰੀ ਦਾ ਓਟ ਆਸਰਾ ਲਓ। ਤੁਹਾਡੀ ਤਾਕਤ ਦਾ ਇੱਕੋ ਹੀ ਸੋਮਾ ਹੈ, ਇੱਕੋ ਹੀ ਬੇਸ ਹੈ, ਇੱਕੋ ਹੀ ਆਧਾਰ ਹੈ। ਉਹ ਕੀ ਹੈ? ਸਮਰਪਣ ਹੋਣਾ। ਤੇ ਇਹਦੇ ਲਈ ਮਹਾਰਾਜ ਨੇ ਇੱਕ ਮਿੱਥਕ ਉਦਾਹਰਣ ਪੁਰਾਣਾਂ ਦੀ ਦਿੱਤੀ ਹੈ, ਗੱਜ ਜਿਉ ਹੋ ਸਹਾਏ। ਗੱਜ ਇੱਕ ਹਾਥੀ ਦਾ ਨਾਮ ਹੈ ਜਿਹੜਾ ਸਰੋਵਰ ਦੇ ਵਿੱਚ ਫਸ ਜਾਂਦਾ ਹੈ ਤੇ ਤੰਦੂਆ ਉਸ ਨੂੰ ਫੜ ਲੈਂਦਾ, ਜਕੜ ਲੈਂਦਾ। ਉਹ ਛੁੱਟਣਾ ਚਾਹੁੰਦਾ, ਉਹਦੇ ਕੋਲੋਂ ਛੁੱਟਿਆ ਨਹੀਂ ਜਾਂਦਾ। ਉਸ ਕਥਾ ਮੁਤਾਬਕ ਉਹ ਫਿਰ ਆਰਾਧਨਾ ਕਰਦਾ ਆਪਣੇ ਇਸ਼ਟ ਦੀ ਤੇ ਛੁੱਟ ਜਾਂਦਾ। ਮਹਾਰਾਜ ਨੇ ਇਸ ਉਦਾਹਰਣ ਨੂੰ ਮਸਾਲੇ ਦੇ ਤੌਰ ਤੇ ਵਰਤਿਆ, ਫੋਰ ਐਗਜ਼ਾਮਪਲ ਵਰਤਿਆ। ਔਰ ਇਸ ਉਦਾਹਰਣ ਵਿੱਚ ਉਹ ਸਤਿਗੁਰੂ ਨੇ ਕਿਹਾ ਵੀ ਤੁਸੀਂ ਮਹਿਸੂਸ ਕਰਕੇ ਵੇਖੋ, ਤੁਸੀਂ ਵਿਕਾਰਾਂ ਦੇ ਚਿੱਕੜ ਵਿੱਚ ਫਸੇ ਹੋਏ ਹੋ, ਤੁਹਾਡੀ ਵਾਹ ਪੇਸ਼ ਨਹੀਂ ਚੱਲ ਰਹੀ, ਤੁਸੀਂ ਜਕੜੇ ਹੋਏ ਹੋ, ਤੁਹਾਡੇ ਕੋਈ ਉਪਾਅ, ਤੁਹਾਡਾ ਜ਼ੋਰ, ਤੁਹਾਡੀ ਤਾਕਤ ਕੰਮ ਨਹੀਂ ਆ ਰਹੀ, ਤੁਹਾਡੀਆਂ ਤਰਕੀਬਾਂ ਤੇ ਤੁਹਾਡੀਆਂ ਸਕੀਮਾਂ ਵਿਉਂਤਾਂ ਧਰੀਆਂ ਧਰਾਈਆਂ ਰਹਿ ਗਈਆਂ। ਇੱਥੇ ਇੱਕ ਆਤਮ ਬਲ ਹੀ ਹੈ ਜਿਹੜਾ ਤੁਹਾਡੀ ਰੱਖਿਆ ਕਰ ਸਕਦਾ। ਜਿੱਥੇ ਪਦਾਰਥ ਨਹੀਂ, ਜਿੱਥੇ ਚਤੁਰਾਈਆਂ ਨਹੀਂ, ਉੱਥੇ ਆਤਮਿਕ ਸੁੱਚਤਾ, ਆਤਮਿਕ ਪਵਿੱਤਰਤਾ ਤੁਹਾਨੂੰ ਸੁਰਖਰੂ ਕਰ ਦਿੰਦੀ ਹੈ। ਤੇ ਉਹ ਹੈ ਸਮਰਪਣ ਹੋਣ ਦੇ ਵਿੱਚ, ਇਸ ਅੱਗੇ ਆਪਣੇ ਸਿਰਜਣਹਾਰ ਪਰਮੇਸ਼ਰ ਅੱਗੇ। ਤੋਂ ਸਤਿਗੁਰੂ ਅਗਲੇ ਸ਼ਲੋਕ ਵਿੱਚ ਰਹਿਮਤ ਕਰਦੇ ਨੇ, ਬਲ ਹੋਆ ਬੰਧਨ ਛੁਟੇ, ਸਭ ਕਿਛ ਹੋਤਿ ਉਪਾਏ, ਨਾਨਕ ਸਭ ਕਿਛ ਤੁਮਰੇ ਹਾਥ ਮੈਂ, ਤੁਮ ਹੀ ਹੋਤ ਸਹਾਏ। ਫਿਰ ਮਹਾਰਾਜ ਕਹਿੰਦੇ ਜੇ ਸਮਰਪਿਤ ਹੋ ਗਏ ਫਿਰ ਕੀ ਹੋਏਗਾ? ਬਲ ਹੋਆ, ਤੁਹਾਡੀ ਸੁਰਤ ਤਕੜੀ, ਉਚੇਰੀ, ਸਮਰੱਥਾਵਾਨ ਹੋਏਗੀ, ਤੁਹਾਨੂੰ ਬਲ ਮਿਲੇਗਾ, ਆਤਮਿਕ ਬਲ। ਫਿਰ ਕੀ ਹੋਏਗਾ? ਬੰਧਨ ਛੁੱਟੇ, ਬੰਧਨ ਟੁੱਟ ਜਾਣਗੇ, ਤੁਸੀਂ ਸਰਵਾਈਵ ਕਰ ਜਾਓਗੇ, ਬਦੀ ਉੱਤੇ ਫਤਿਹ ਹਾਸਲ ਹੋਏਗੀ, ਗੁਣ ਔਗਣਾਂ ਤੇ ਭਾਰੂ ਪੈ ਜਾਣਗੇ, ਤੰਦਰੁਸਤੀ ਅਰੋਗਤਾ ਹੋਏਗੀ ਔਰ ਬਿਮਾਰੀ ਥੱਕ ਜਾਏਗੀ, ਹਾਰ ਜਾਏਗੀ। ਸਤਿਗੁਰੂ ਆਖਦੇ ਨੇ ਸਭ ਕੁਛ ਹੋਤ ਉਪਾਏ। ਫਿਰ ਤੁਹਾਡੇ ਨਿੱਕੇ ਨਿੱਕੇ ਯਤਨ ਵੀ ਤੁਹਾਨੂੰ ਤਾਕਤ ਦੇਣਗੇ। ਇਹ ਉਵੇਂ ਦੀ ਖੇਡ ਹੈ, ਬੰਦਾ ਜ਼ਿਆਦਾ ਰੋਗੀ ਹੋਵੇ ਨਾ ਤੇ ਉਹਨੂੰ ਜ਼ਿਆਦਾ ਭਾਰੀ ਖੁਰਾਕ ਪਚਦੀ ਨਹੀਂ। ਆਪਾਂ ਵੇਖਦੇ ਨਾ ਫਿਜ਼ੀਕਲੀ ਬੰਦਾ ਕਮਜ਼ੋਰ, ਉਹਦੀ ਪਾਚਨ ਕਿਰਿਆ ਵੀ ਕਮਜ਼ੋਰ ਹੋ ਜਾਂਦੀ ਹੈ। ਫਿਰ ਉਹਨੂੰ ਕਈ ਵਾਰ ਪਾਣੀ ਤੇ ਗੁਜ਼ਾਰਾ ਕਰਨਾ ਪੈਂਦਾ ਕਈ ਦਿਨ। ਹਲਕਾ ਜਿਹਾ ਭੋਜਨ ਜਿਵੇਂ ਬੱਚੇ ਖਾਂਦੇ ਨੇ, ਇਸ ਤਰ੍ਹਾਂ ਦੀ ਖੁਰਾਕ ਉਹਦੀ ਹੋ ਜਾਂਦੀ ਹੈ। ਥੋੜ੍ਹੀ ਜਿਹੀ ਚੰਗੀ ਖੁਰਾਕ ਦੇ ਦਿੱਤੀ ਤੇ ਉਹਨੇ ਨਾਲ ਹੀ ਉਹਦੀ ਪ੍ਰੋਬਲਮ ਸ਼ੁਰੂ ਹੋ ਜਾਏਗੀ। ਉਹਨੂੰ ਕੋਈ ਤਾਕਤ ਨਹੀਂ ਮਿਲੇਗੀ ਉਸ ਚੰਗੇ ਭੋਜਨ ਨਾਲ। ਉਹ ਚੰਗਾ ਭੋਜਨ ਵੀ ਉਹਦੇ ਐਂਟੀ ਰਿਐਕਟ ਕਰੇਗਾ ਉਹਦੀ ਬਾਡੀ ਨੂੰ। ਪਰ ਜੇ ਉਹ ਤੰਦਰੁਸਤ ਹੋ ਜਾਏ, ਉਹੀ ਖੁਰਾਕ ਚੰਗੀ ਭਾਰੀ ਭਰਕਮ ਖੁਰਾਕ ਜਿਹੜੀ ਫਿਰ ਉਹਨੂੰ ਐਨਰਜੀ ਦੇਣੀ ਸ਼ੁਰੂ ਕਰ ਦਿੰਦੀ ਹੈ, ਖੂਨ ਬਣਦੀ ਹੈ, ਪਚਦੀ ਹੈ। ਜਿਹੜੀ ਚੀਜ਼ ਪਚਣ ਲੱਗ ਪਈ ਉਹਨੇ ਉਹਦੇ ਸਰੀਰ ਨੂੰ ਤਕੜਿਆਂ ਕਰੀ ਜਾਣਾ। ਇਸੇ ਤਰੀਕੇ ਨਾਲ ਜਦੋਂ ਸਾਡੇ ਅੰਦਰ ਆਤਮ ਬਲ ਪੈਦਾ ਹੋ ਜਾਂਦਾ ਹੈ, ਜਦੋਂ ਅਸੀਂ ਬੰਧਨਾਂ ਤੋਂ ਮੁਕਤ ਹੋਣੇ ਸ਼ੁਰੂ ਹੁੰਦੇ ਹਾਂ, ਫਿਰ ਸਾਡੇ ਨਿੱਕੇ ਨਿੱਕੇ ਯਤਨ ਵੀ, ਉਪਾਅ ਵੀ ਜਿਹੜੇ ਨੇ ਚੰਗੇ ਕਰਮਾਂ ਦੇ, ਉਹ ਵੀ ਸਾਨੂੰ ਐਨਰਜੀ ਦੇਣੀ ਸ਼ੁਰੂ ਕਰਦੇ ਨੇ, ਸਾਡੇ ਅੰਦਰ ਤਾਕਤ ਪੈਦਾ ਕਰਦੇ ਨੇ। ਉਹ ਸਾਡਾ ਆਧਾਰ ਆਸਰਾ ਬਣਦੇ ਰਹਿੰਦੇ ਨੇ। ਫਿਰ ਗੁਰੂ ਮਹਾਰਾਜ ਕਹਿੰਦੇ ਨੇ ਫਿਰ ਉਸ ਜੀਵਨ ਵਿੱਚ ਜਿੱਥੇ ਬਲ ਹੁੰਦਾ ਹੈ, ਉਸ ਬਲ ਦੇ ਵਿੱਚ ਫਿਰ ਗਰੂਰ ਨਹੀਂ ਹੁੰਦਾ। ਇਹ ਫਰਕ ਹੁੰਦਾ ਹੈ ਬਸ।
ਦੁਨੀਆ 'ਚ ਵੈਸੇ ਸਾਨੂੰ ਤਾਕਤ ਮਿਲੇ ਤੇ ਗਰੂਰ ਆ ਜਾਂਦਾ ਨਾ, ਇੱਥੇ ਗਰੂਰ ਨਹੀਂ, ਇੱਥੇ ਫਿਰ ਬੰਦਾ ਕਿਰਤੱਗਿਆ ਭਾਵ, ਜਿਸ ਨੂੰ ਅਸੀਂ ਕਹਿੰਦੇ ਆ ਨਿਮਰ ਭਾਵ ਦੇ ਨਾਲ ਪਰਮੇਸ਼ਰ ਦਾ ਧੰਨਵਾਦ ਕਰਦਾ ਤੇ ਕਹਿੰਦਾ ਨਾਨਕ ਸਭ ਕਿਛ ਤੁਮਰੇ ਹਾਥ ਮੈਂ, ਤੁਮ ਹੀ ਹੋਤ ਸਹਾਈ, ਤੂੰ ਹੀ ਮੇਰਾ ਸਹਾਇਕ ਹੈ, ਤੇਰੇ ਹੀ ਹੱਥ ਵਾਸ ਹੈ ਸਾਰਾ ਕੁਝ। ਜੇ ਮੇਰੇ ਕੋਲ ਆਤਮਿਕ ਬਲ ਹੈ ਨਾ, ਤੇ ਕੋਈ ਮੇਰੀ ਚਤੁਰਾਈ ਨਹੀਂ, ਇਹ ਤੇਰੀ ਬਖਸ਼ਿਸ਼ ਹੈ, ਤੇਰੀ ਕਿਰਪਾ ਹੈ, ਤੇਰੀ ਰਹਿਮਤ ਹੈ, ਇਹ ਦਾਤ ਮੈਨੂੰ ਤੂੰ ਬਖਸ਼ਿਸ਼ ਕੀਤੀ ਹੈ। ਸੰਗ ਸਖਾ ਸਭ ਤਜ ਗਏ, ਕੋ ਨ ਨਿਭਿਓ ਸਾਥ, ਕਹੋ ਨਾਨਕ ਇਹ ਬਿਪਤ ਮੈਂ, ਟੇਕ ਏਕ ਰਘੁਨਾਥ। ਸਤਿਗੁਰੂ ਕਹਿੰਦੇ ਪਰ ਜਿੱਥੇ ਬਲ ਘੱਟ ਹੁੰਦਾ ਹੈ ਜੀਵਨ ਵਿੱਚ, ਸੁਰਤ ਨੀਵੀਂ ਚਲੀ ਜਾਂਦੀ ਹੈ, ਆਤਮਿਕ ਜੀਵਨ ਕਮਜ਼ੋਰ ਹੋ ਜਾਂਦਾ ਹੈ, ਨਿਤਾਣਾ ਹੋ ਜਾਂਦਾ ਹੈ, ਉਸੇ ਭਾਵ ਵਿੱਚ ਹੀ ਸਤਿਗੁਰੂ ਨੇ ਕਿਹਾ ਕਿ ਉੱਥੇ ਕੋਈ ਵੀ ਤੁਹਾਡਾ ਆਪਣਾ ਨਹੀਂ ਬਣਦਾ, ਨਾ ਬਾਹਰ ਦੇ ਰਿਸ਼ਤੇ, ਨਾ ਉਹ ਚਤੁਰਾਈਆਂ ਜਿਹੜੀਆਂ ਅਸੀਂ ਇਕੱਠੀਆਂ ਕਰੀਆਂ ਹੁੰਦੀਆਂ ਨੇ, ਨਾ ਉਹ ਔਗਣ ਸਾਡਾ ਸਾਥ ਦਿੰਦੇ ਨੇ ਜਿਨ੍ਹਾਂ ਨੂੰ ਅਸੀਂ ਸਨੇਹ ਤੇ ਪਿਆਰ ਕੀਤਾ ਹੁੰਦਾ ਹੈ। ਉਸ ਸੰਗ ਸਖਾ ਦਾ ਮਤਲਬ ਉਹ ਸੰਗੀ ਸਾਥੀ ਜਿਨ੍ਹਾਂ ਨੂੰ ਅਸੀਂ ਸੰਗੀ ਬਣਾਇਆ, ਜਿਨ੍ਹਾਂ ਨੂੰ ਅਸੀਂ ਸਾਥੀ ਬਣਾਇਆ। ਸੰਗ ਸਖਾ ਸਭ ਤਜ ਗਏ, ਕੋ ਨਾ ਨਿਭਿਓ ਸਾਥ, ਕੋਈ ਨਾਲ ਨਿਭਣ ਵਾਲਾ ਨਹੀਂ। ਜਿਵੇਂ ਕੋਈ ਮਨੁੱਖ ਮੰਨ ਲਵੋ ਕੋਈ ਜ਼ਹਿਰੀਲੀ ਚੀਜ਼ ਖਾਂਦਾ ਹੈ, ਹੁਣ ਉਹ ਜ਼ਹਿਰੀਲੀ ਚੀਜ਼ ਨੂੰ ਜਾਂ ਡਰੱਗ ਖਾ ਕੇ ਉਹ ਆਪਣੇ ਸਰੀਰ ਨੂੰ ਰੋਗੀ, ਪਹਿਲੋਂ ਉਹਨੂੰ ਸਮਝਾਇਆ ਗਿਆ ਵੀ ਨਾ ਕਰ, ਨਹੀਂ ਟਲਿਆ, ਸਰੀਰ ਰੋਗੀ ਹੋ ਗਿਆ। ਹੁਣ ਉਹਦੀ ਹਾਲਤ ਇੰਨੀ ਪਤਲੀ, ਇੰਨੀ ਕਮਜ਼ੋਰ ਹੋ ਜਾਂਦੀ ਹੈ, ਤੇ ਕਈ ਵਾਰ ਪਰਿਵਾਰ ਦੇ ਜੀਅ ਨਹੋਰਾ ਮਾਰਦਿਆਂ ਕਹਿੰਦੇ ਨਾ ਹੋਰ ਖਾ, ਉਹ ਤਾਂ ਸ਼ੌਂਕ ਪਾਲਦਾ ਸੀ, ਹੁਣ ਤੇਰੇ ਸ਼ੌਂਕ ਕਿੱਥੇ ਗਏ? ਹੁਣ ਤੇਰੇ ਉਹ ਮਿੱਤਰ ਦੋਸਤ ਕਿਤੇ ਨੇ ਜਿਹੜੇ ਤੇਰੇ ਨਾਲ ਮਹਿਫਿਲ ਵਿੱਚ ਬੈਠ ਕੇ ਤੈਨੂੰ ਉਕਸਾਉਂਦੇ ਸੀ, ਕਿੱਥੇ ਨੇ ਹੁਣ ਉਹ ਇਸ ਦੁੱਖ 'ਚ ਤੇਰੀ ਕੋਈ ਸਹਾਇਤਾ ਕਰ ਸਕਦੇ ਨਹੀਂ। ਹੁਣ ਤੇਰੀਆਂ ਉਹ ਆਦਤਾਂ ਤੇਰੇ ਕੰਮ ਆਉਣਗੀਆਂ ਜਿਹੜੀਆਂ ਮਾੜੀਆਂ, ਜਿਨ੍ਹਾਂ ਨੂੰ ਤੂੰ ਸਾਡੇ ਨਾਲੋਂ ਜ਼ਿਆਦਾ, ਸਾਡੀ ਸਲਾਹ ਤੈਨੂੰ ਚੰਗੀ ਨਹੀਂ ਲੱਗੀ, ਆਪਣੀ ਮਾੜੀ ਆਦਤ ਤੈਨੂੰ ਚੰਗੀ ਲੱਗੀ, ਹੁਣ ਉਹ ਕੰਮ ਆਉਂਦੀ ਹੈ। ਹੁਣ ਤੇਰੇ ਔਗਣ ਤੇਰਾ ਛੁਟਕਾਰਾ ਕਰਾਉਣਗੇ ਇਸ ਦੁੱਖ ਤੋਂ? ਨਹੀਂ। ਉਹ ਸੰਗਤ ਭਾਵੇਂ ਉਹ ਬਾਹਰ ਦੇ ਲੋਕਾਂ ਦੀ ਹੋਵੇ, ਭਾਵੇਂ ਉਹ ਔਗਣਾਂ ਦੀ ਹੋਵੇ, ਭਾਵੇਂ ਉਹ ਮੰਦੀਆਂ ਆਦਤਾਂ ਦੀ ਹੋਵੇ, ਜਦੋਂ ਜੀਵ ਉਹਦੀ ਵਜ੍ਹਾ ਕਰਕੇ ਮੁਸ਼ਕਲ 'ਚ ਫਸਦਾ ਤੇ ਇਹਨਾਂ 'ਚੋਂ ਕੋਈ ਗਵਾਹ ਨਹੀਂ ਬਣਦਾ, ਕੋਈ ਸਾਥੀ ਨਹੀਂ ਬਣਦਾ, ਕੋਈ ਛਡਾਉਣ ਵਾਲਾ ਨਹੀਂ ਹੁੰਦਾ। ਸਤਿਗੁਰੂ ਉਹਨੂੰ ਕਹਿੰਦੇ ਨੇ ਕੋ ਨਾ ਨਿਭਿਓ ਸਾਥ, ਫਿਰ ਕੋਈ ਨਾਲ ਨਹੀਂ ਨਿਭਦਾ। ਤੇ ਇਹੋ ਜਿਹੀ ਬਿਪਤਾ ਵਿੱਚ ਹੇ ਮਨਾ ਨਾ ਫਸ, ਤੇ ਐਸੀ ਬਿਪਤਾ ਵਿੱਚੋਂ ਕੱਢਣ ਵਾਲਾ ਜੇ ਤੂੰ ਫਸ ਜਾਏ ਤੇ ਇੱਕੋ ਹੀ ਹੈ, ਕੌਣ? ਕਹੋ ਨਾਨਕੇ ਬਿਪਤ ਮੈਂ ਟੇਕ ਦਾ ਮਤਲਬ ਆਧਾਰ, ਆਸਰਾ, ਏਕ ਰਘੁਨਾਥ, ਇੱਕ ਰਘੁਨਾਥ ਭਾਵ ਸਾਰੇ ਸੰਸਾਰ ਦਾ ਰਮਿਆ ਹੋਇਆ ਮਾਲਕ ਪਰਮੇਸ਼ਰ। ਨਾਮ ਰਹਿਓ ਸਾਧੂ ਰਹਿਓ ਗੁਰ ਗੋਬਿੰਦ, ਕਹੋ ਨਾਨਕ ਇਹ ਜਗਤ ਮੈਂ, ਕਿਨ ਜਪਿਓ ਗੁਰਮੰਤ। ਤੇ ਜਿਨ੍ਹਾਂ ਨੂੰ ਇਸ ਗੱਲ ਦੀ ਸੋਝੀ ਆ ਜਾਂਦੀ ਹੈ, ਉਹ ਸਮਝ ਜਾਂਦੇ ਹਨ ਇਸ ਭਾਵ ਨੂੰ, ਇਸ ਤੱਤ ਨੂੰ, ਕਿ ਨਾਮ ਰਹਿਓ ਸੰਸਾਰ ਵਿੱਚ ਸਦੀਵ ਨਿਭਣ ਵਾਲਾ ਪਰਮਾਨੈਂਟਲੀ ਸਾਥੀ ਕੌਣ ਹੈ? ਨਾਮ, ਪਰਮੇਸ਼ਰ ਦੀ ਇਬਾਦਤ, ਬੰਦਗੀ, ਉਹਦੀ ਹੋਂਦ ਦਾ ਅਹਿਸਾਸ। ਸਾਧੂ ਰਹਿਓ, ਨਿਭਣ ਵਾਲਾ ਪਰਮਾਨੈਂਟਲੀ ਸਾਥੀ ਕੌਣ ਹੈ? ਗੁਰੂ, ਜਿਹੜਾ ਹਰ ਵੇਲੇ ਸਾਡਾ ਮਾਰਗਦਰਸ਼ਕ ਬਣਦਾ, ਸਾਨੂੰ ਰਾਹ ਵਿਖਾਉਂਦਾ, ਸੋਝੀ ਦਿੰਦਾ, ਸਾਡੀ ਸੁਰੱਖਿਆ ਦਾ ਸਾਧਨ ਬਣਦਾ, ਜਾਮਨ ਬਣਦਾ, ਗਵਾਹ ਬਣਦਾ। ਤੇ ਸਤਿਗੁਰੂ ਆਖਦੇ ਨੇ ਰਹਿਓ ਗੁਰ ਗੋਬਿੰਦ। ਤੇ ਸਦੀਵ ਕਾਲ ਪਰਮਾਨੈਂਟਲੀ ਸਾਥ ਦੇਣ ਵਾਲਾ ਕੌਣ ਹੈ? ਸਭ ਤੋਂ ਵੱਡਾ ਸ੍ਰਿਸ਼ਟੀ ਦਾ ਸਿਰਜਣਹਾਰ ਅਕਾਲ ਪੁਰਖ ਪਰਮੇਸ਼ਰ ਆਪ। ਕਹੋ ਨਾਨਕ ਇਹ ਜਗਤ ਮੈਂ, ਕਿਨ ਜਪਿਓ ਗੁਰਮੰਤ। ਭਲਾ ਉਸੇ ਦਾ ਹੁੰਦਾ ਇਸ ਜਗਤ ਵਿੱਚ ਜਿਨ੍ਹਾਂ ਨੇ, ਜਿਸ ਕਿਸੇ ਨੇ, ਕਿਨ ਦਾ ਮਤਲਬ ਜਿਸ ਕਿਸੇ ਨੇ ਗੁਰਮੰਤ, ਗੁਰੂ ਦਾ ਉਪਦੇਸ਼ ਗ੍ਰਹਿਣ ਕੀਤਾ, ਗੁਰੂ ਦਾ ਮੰਤਰ, ਗੁਰੂ ਦੀ ਮੱਤ, ਸਤਿਗੁਰੂ ਦੇ ਉਪਦੇਸ਼ ਨੂੰ ਆਪਣੇ ਜੀਵਨ ਦਾ ਆਸਰਾ ਤੇ ਆਧਾਰ ਬਣਾਇਆ। ਰਾਮ ਨਾਮ ਉਰ ਮੈਂ ਗਹਿਓ, ਜਾ ਕੈ ਸਮ ਨਹੀਂ ਕੋਏ,
जेह सिमरत संकट मिटै, दरस तुहारो होए। सतगुरु आखਦੇ ਨੇ, हे ਭਾਈ, ਉਹਨਾਂ ਦਾ ਹੀ ਭਲਾ ਹੈ। RAM ਨਾਮ ਉਰ ਮੈਂ, ਉਰ ਦਾ ਅਰਥ ਹੈ ਹਿਰਦਾ। ਜਿਨ੍ਹਾਂ ਨੇ RAM ਭਾਵ ਸਰਵ ਵਿਆਪਕ ਪਰਮੇਸ਼ਰ ਦੇ ਹੋਣ ਦਾ ਅਹਿਸਾਸ, ਉਸ ਵਾਹਿਗੁਰੂ ਦਾ ਅਨੁਭਵ, ਉਸ ਪਰਮੇਸ਼ਰ ਨਾਲ ਡੂੰਘੀ ਆਤਮਿਕ ਸਾਂਝ ਪਾਈ ਹੈ, ਹਿਰਦੇ ਵਿੱਚ ਗਹਿਓ ਵਸਾ ਲਿਆ ਹੈ ਪਰਮੇਸ਼ਰ ਦੀ ਯਾਦ ਨੂੰ। ਜਾ ਕੇ ਸਮ ਨਹੀਂ ਕੋਈ, ਉਹ ਪਰਮੇਸ਼ਰ ਜੀ ਦੇ ਬਰਾਬਰ ਕੋਈ ਦੂਜਾ ਨਹੀਂ। ਸਮ ਦਾ ਅਰਥ ਹੁੰਦਾ ਬਰਾਬਰ, ਪੈਰਾਲਲ। ਜਿਸ ਦੇ ਪੈਰਾਲਲ ਕੋਈ ਹੋਰ ਸੱਤਾ ਹੈ ਹੀ ਨਹੀਂ, ਉਹ ਆਪ ਹੀ ਆਪ ਹੈ। ਅਸਤੇਕ ਦਿਗਰ ਕੋਈ, ਏਕ ਤੋਈ ਏਕ ਤੋਈ। ਤੋ ਸਤਿਗੁਰੂ ਆਖਦੇ ਨੇ, ਜੇ ਸਿਮਰਤ ਸੰਕਟ ਮਿਟੈ, ਜਿਸ ਨੂੰ ਸਿਮਰਦਿਆਂ, ਜਿਸ ਦਾ ਸਮਰਨ ਚਿੰਤਨ ਕਰਨ ਨਾਲ ਜੀਵਨ ਵਿੱਚੋਂ ਵਿਪਦਾਵਾਂ ਮੁੱਕ ਜਾਂਦੀਆਂ ਹਨ, ਆਤਮਿਕ ਉਲਝਣਾਂ ਖਤਮ ਹੋ ਜਾਂਦੀਆਂ ਹਨ, ਮਾਨਸਿਕ ਨਿਵਾਣਾ ਤੋਂ ਜੀਵ ਬਚ ਜਾਂਦਾ ਹੈ, ਆਤਮ ਬਲ ਨਾਲ ਭਰਪੂਰ ਹੋ ਜਾਂਦਾ ਹੈ, ਰੱਬੀ ਗੁਣਾਂ ਨਾਲ ਜੀਵਨ ਸਰਸ਼ਾਰ ਹੋ ਜਾਂਦਾ ਹੈ, ਸੰਕਟ ਮਿਟ ਜਾਂਦਾ ਹੈ, ਦਰਸ਼ ਤੁਹਾਰੋ ਹੋਏ। ਜਿਸ ਸਦਕਾ ਹੀ ਮੇਰੇ ਮਾਲਕ ਵਾਹਿਗੁਰੂ ਤੁਹਾਡਾ ਦੀਦਾਰ ਹੋ ਜਾਂਦਾ ਹੈ। ਤੁਹਾਨੂੰ ਜੀਵ ਸਾਰੀ ਕੁਦਰਤ ਵਿੱਚ ਪ੍ਰਤੱਖ ਵੇਖਦਾ, ਵਸਦਾ ਹੋਇਆ ਅਨੁਭਵ ਕਰਦਾ ਹੈ। ਫਿਰ ਉਹਨੂੰ ਸਮਝ ਪੈਂਦੀ ਹੈ, ਵੇ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਇੱਥੇ 57 ਸ਼ਲੋਕਾਂ ਦੀ ਸਮਾਪਤੀ ਹੈ। ਮਹਾਰਾਜ ਦੀ ਮੁਬਾਰਕ ਬਾਣੀ ਨੂੰ ਆਪਾਂ ਵਿਚਾਰਨ ਦਾ ਯਤਨ ਕੀਤਾ ਹੈ। ਗੁਰੂ ਪਾਤਸ਼ਾਹ ਜੀ ਦੇ 59 ਸ਼ਲੋਕ, 59 ਸ਼ਬਦ ਔਰ 57 ਸ਼ਲੋਕ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਨੇ, ਆਪਾਂ ਤਿਨਾਂ ਨੂੰ ਗੁਰੂ ਪਾਤਸ਼ਾਹ ਜੀ ਦੀ ਉਪਦੇਸ਼, ਸਤਿਗੁਰੂ ਦੀ ਬਖਸ਼ੀ ਹੋਈ ਮਤ ਬੁੱਧ ਦੀ ਰੋਸ਼ਨੀ ਵਿੱਚ ਵਿਚਾਰਿਆ। ਗੁਰੂ ਮਹਾਰਾਜ ਰਹਿਮਤ ਕਰਨ, ਸਤਿਗੁਰੂ ਦੀ ਪਾਵਨ ਮਤ, ਸਤਿਗੁਰੂ ਦਾ ਉਪਦੇਸ਼ ਸਾਡੇ ਸਭਨਾਂ ਦੇ ਜੀਵਨ ਔਰ ਅੰਤਰਾਤਮਾ ਦਾ ਹਿੱਸਾ ਬਣੇ, ਤਾਂ ਕਿ ਗੁਰੂ ਉਪਦੇਸ਼ ਨੂੰ ਜੀ ਕੇ, ਮਾਣ ਕੇ ਇਸ ਦਾ ਲਾਹਾ ਤੇ ਆਨੰਦ ਆਪਾਂ ਜੀਵਨ ਵਿੱਚ ਪ੍ਰਾਪਤ ਕਰਦੇ ਰਹੀਏ। ਗੁਰੂ ਮਹਾਰਾਜ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨ। ਆਪ ਸਭਨਾਂ ਦਾ ਧੰਨਵਾਦ। ਅਦਬ ਸਹਿਤ ਗੁਰੂ ਫਤਿਹ ਨਾਲ ਸਾਂਝ ਬਣਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।